ਹੈਲੋ एवरीवन, ਅੱਜ ਮੈਂ ਗੱਲ ਕਰਨਾ ਚਾਹੁੰਦਾ ਸਟਾਕਸ ਬਾਰੇ ਕਿ ਆਪਾਂ ਸਟਾਕਸ ਕਿਉਂ ਬਾਏ ਕਰਦੇ ਹਾਂ, ਕਿਵੇਂ ਬਾਏ ਕਰਨੇ ਚਾਹੀਦੇ ਨੇ ਤੇ ਕੀ ਸਟ੍ਰੈਟਜੀਜ਼ ਹੋ ਸਕਦੀਆਂ ਨੇ ਸਟਾਕਸ ਬਾਏ ਕਰਨ ਦੀਆਂ। ਸੋ ਆਈ ਨੋ ਕਿ ਕਾਰ ਦੇ ਵਿੱਚ ਮੈਂ ਡਰਾਈਵ ਕਰ ਰਿਹਾ ਪਰ ਮੇਰਾ ਕੈਮਰਾ ਸਟੇਸ਼ਨਰੀ ਹੈਗਾ ਤੇ ਮੈਂ ਕਾਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਆਪਣਾ ਕੈਮਰਾ ਔਨ ਕਰ ਲੈਣਾ ਹੁੰਦਾ ਤਾਂ ਕਿ ਸਾਰਾ ਟਾਈਮ ਆਪਾਂ ਵੀਡੀਓਜ਼ ਬਣਾ ਸਕੀਏ। ਸੋ ਮੇਬੀ ਪਿੱਛੇ ਤੁਹਾਨੂੰ ਕੋਈ ਡਿਸਟਰੈਕਸ਼ਨਸ ਆਉਣਗੀਆਂ, ਮੈਂ ਇੱਧਰ ਉੱਧਰ ਲੇਨ ਚੇਂਜ ਕਰਨ ਵਾਸਤੇ ਚੈੱਕ ਕਰ ਰਿਹਾ ਪਰ ਮੇਰਾ ਧਿਆਨ ਬਿਲਕੁਲ ਡਰਾਈਵਿੰਗ ਦੇ ਉੱਪਰ ਹੈ, ਨਾਟ ਔਨ ਦ ਕੈਮਰਾ ਔਰ ਐਨੀਥਿੰਗ। ਸੋ ਐਨੀਵੇ ਸਟਾਕਸ ਆਪਾਂ ਬਾਏ ਕਰਦੇ ਹਾਂ ਇਸ ਕਰਕੇ ਕਿ ਆਪਣੀ ਲੌਂਗ ਟਰਮ ਜਿਹੜੀ ਵੈਲਥ ਆ ਉਹ ਗਰੋ ਕਰੇ, ਕਿਉਂਕਿ ਵੈਲਥ ਗਰੋ ਕਰਨ ਦੇ ਦੋ ਤਰੀਕੇ ਹੈਗੇ ਨੇ। ਸੋ ਤੁਸੀਂ ਕੈਸ਼ ਰੱਖੋਗੇ ਤਾਂ ਕੁਛ ਨਹੀਂ ਬਣਨਾ, ਤੁਸੀਂ GICs ਲੈ ਸਕਦੇ ਹੋ ਜਿਹਨੂੰ ਫਿਕਸਡ ਡਿਪੋਜ਼ਿਟ ਕਿਹਾ ਜਾਂਦਾ ਇੰਡੀਆ ਦੇ ਵਿੱਚ, ਜਾਂ ਫਿਰ ਗੈਰੰਟੀਡ ਇਨਵੈਸਟਮੈਂਟਸ ਕਿਹਾ ਜਾਂਦਾ ਕੈਨੇਡਾ ਦੇ ਵਿੱਚ। ਉਹਦੇ ਵਿੱਚ ਤੁਹਾਨੂੰ ਅੱਜ ਕੱਲ੍ਹ 2% ਮਿਲ ਰਿਹਾ ਕੈਨੇਡਾ ਦੇ ਵਿੱਚ, ਕਿਉਂਕਿ ਮੋਸਟਲੀ ਬੈਂਕਸ ਆਪਣੇ ਇੰਟਰਸਟ ਰੇਟ ਥੱਲੇ ਆ ਚੁੱਕੇ ਨੇ। ਮੇਬੀ ਇੰਡੀਆ ਦੇ ਵਿੱਚ 5% ਮਿਲਦਾ ਹੋਵੇ ਪਰ ਉਹ ਇੱਕ ਆਪਣਾ ਕਾਫੀ ਲੋ ਨੰਬਰ ਹੈ ਕਿ ਸੇਫ ਹੈ, ਉਹਦੇ ਵਿੱਚ ਸਾਰਾ ਪੈਸਾ 100% ਤੁਹਾਨੂੰ ਕੋਈ ਨੈਗੇਟਿਵ ਸਾਈਡ 'ਤੇ ਨਹੀਂ ਜਾ ਸਕਦਾ, ਪੈਸਾ ਸਿਰਫ ਉੱਪਰ ਹੀ ਜਾਏਗਾ 2% ਜਾਂ 5%, ਜਿੰਨਾ ਵੀ ਅਗਰ ਇੰਡੀਆ ਦੇ ਵਿੱਚੋਂ 5% ਤਾਂ ਇੱਥੇ ਉਹ 2%। ਹੁਣ ਜੇ ਤੁਸੀਂ ਰਿਸਕ ਲੈਣਾ ਚਾਹੁੰਦੇ ਹੋ ਫਿਰ ਤੁਹਾਡੇ ਕੋਲ ਦੋ ਆਪਸ਼ਨ ਆ ਜਾਂਦੀਆਂ ਨੇ। ਇੱਕ ਆ ਜਾਂਦੀਆਂ ਫੰਡਸ ਜਿਹਦੇ ਵਿੱਚ ਆ ਜਾਂਦੇ ਨੇ ਫੋਰ ਐਗਜ਼ਾਮਪਲ ਮਿਊਚੁਅਲ ਫੰਡਸ, ETFs, ਜਿਹੜੇ ਫੰਡਸ ਕਾਫੀ ਚੀਜ਼ਾਂ ਆ ਜਾਂਦੀਆਂ ਨੇ, ਤਾਂ ਉਹਦੇ ਵਿੱਚ ਫਿਰ ਵੀ ਰਿਸਕ ਹੁੰਦਾ ਪਰ ਰਿਸਕ ਸਟਾਕਸ ਨਾਲੋਂ ਘੱਟ ਹੁੰਦਾ ਕਿਉਂਕਿ ਉਹਦੇ ਵਿੱਚ ਮਲਟੀਪਲ ਕੰਪਨੀਜ਼ ਦੇ ਜਿਹੜੇ ਸਟਾਕਸ ਨੇ ਉਹ ਬਾਏ ਹੋ ਰਹੇ ਨੇ ਇੱਕ ਫੰਡ ਦੇ ਵਿੱਚ। ਸੋ ਅਗਰ ਕੋਈ S&P 500 ਸਟਾਈਲ ਫੰਡ ਹੈ ਤਾਂ ਉਹਦੇ ਵਿੱਚ 500 ਕੰਪਨੀਜ਼ ਦੇ ਫੰਡ ਬਾਏ ਹੋ ਰਹੇ ਨੇ। ਫੋਰ ਐਗਜ਼ਾਮਪਲ ਅਗਰ ਆਪਾਂ ਇੱਕ ਸਟਾਕ ਲੈ ਰਹੇ ਹਾਂ ਤਾਂ ਇੱਕ ਸਟਾਕ ਦੇ ਨਾਲ ਤੁਹਾਡਾ ਸਿਰਫ ਅਗਰ ਤੁਸੀਂ ਮੰਥਲੀ $1000 ਇਨਵੈਸਟ ਕੀਤਾ ਤਾਂ ਇੱਕ ਸਟਾਕ ਦੇ ਵਿੱਚ ਪੈਸੇ ਲਗਾਏ ਤਾਂ 500 ਸਟਾਕਸ ਨੇ ਉਸ ਫੰਡ ਦੇ ਵਿੱਚ, ਤਾਂ ਹਰੇਕ ਸਟਾਕ ਨੂੰ $2 ਮਿਲ ਗਏ। ਹੁਣ ਉਹ 500 ਕੰਪਨੀਜ਼ ਦੇ ਵਿੱਚੋਂ ਅਗਰ 10 ਕੰਪਨੀਜ਼ ਬੈਂਕਰਪਟ ਵੀ ਹੋ ਜਾਂਦੀਆਂ ਨੇ ਫੋਰ ਐਗਜ਼ਾਮਪਲ, ਤਾਂ ਉਹਦੇ ਵਿੱਚ ਤੁਹਾਡਾ ਕਿੰਨਾ ਨੁਕਸਾਨ ਹੋਇਆ? 10 ਟਾਈਮਸ ਬਾਏ 2 $20, ਪਰ ਬਾਕੀ 490 ਕੰਪਨੀਜ਼ ਉੱਪਰ ਚਲੇ ਗਈਆਂ, ਯੂ ਆਰ ਗੋਇੰਗ ਟੂ ਬੀ ਇਨ ਦ ਪੋਜ਼ੀਟਿਵ, ਰਾਈਟ। ਪਰ S&P 500 ਇੱਕ ਇਹੋ ਜਿਹਾ ਫੰਡ ਹੈ ਕਿ ਉਹਦੇ ਵਿੱਚ ਤੁਹਾਡੇ ਕੋਲ ਇਹ ਨਹੀਂ ਕਿ ਕੰਪਨੀਜ਼ ਇਹੋ ਜਿਹੀਆਂ ਹੋਣਗੀਆਂ ਜਿਹੜੀਆਂ ਜ਼ੀਰੋ ਹੋ ਜਾਣਗੀਆਂ, ਕਾਫੀ ਲੌਂਗ ਟਰਮ ਚੱਲਣ ਵਾਲੀਆਂ ਕੰਪਨੀਜ਼ ਹੁੰਦੀਆਂ ਨੇ ਜਿਹੜੀਆਂ ਗਰੋ ਕਰਦੀਆਂ ਨੇ, ਹਰ ਕੁਆਰਟਰ ਰਿਵਿਊ ਕਰਦੇ ਨੇ, ਹਰ ਕੁਆਰਟਰ ਨਹੀਂ ਹਰ ਮੰਥਲੀ ਰਿਵਿਊ ਹੁੰਦਾ S&P 500 ਦਾ ਪੋਰਟਫੋਲੀਓ। ਜੇ ਕੋਈ ਲੱਗਦਾ ਕਿ ਸਟਾਕ ਨਹੀਂ ਵਧੀਆ ਕੰਮ ਕਰ ਰਿਹਾ ਉਹਦੇ ਵਿੱਚ ਤਾਂ ਉਹਨੂੰ ਰਿਮੂਵ ਕੀਤਾ ਜਾਂਦਾ ਤਾਂ ਕਿ ਨਵਾਂ ਸਟਾਕ ਐਡ ਕੀਤਾ ਜਾਵੇ। ਸੋ ਮੱਚ ਸੇਫਰ ਦੈਨ ਬਾਇੰਗ ਅ ਸਟਾਕ, ਪਰ ਓਬਵੀਅਸਲੀ ਰਿਸਕ ਫਿਰ ਵੀ ਹੋਏਗਾ ਮਾਰਕੀਟ ਦਾ, ਕਿਉਂਕਿ ਨੈਗੇਟਿਵ ਵੀ ਹੋ ਸਕਦਾ ਅਤੇ ਪੋਜ਼ੀਟਿਵ ਵੀ ਹੋ ਸਕਦਾ। ਔਨ ਐਵਰੇਜ S&P 500 ਦੇ ਫੰਡਸ ਹੁੰਦੇ ਨੇ ਉਹਨਾਂ ਦੀ ਗਰੋਥ 10-11% ਆਉਂਦੀ ਹੈ ਲੌਂਗ ਟਰਮ। ਅਗਰ ਆਪਾਂ ਐਵਰੇਜ ਦੇਖੀਏ ਹਰੇਕ ਸਾਲ ਨਹੀਂ 10% ਆਏਗੀ, ਕਿਸੇ ਸਾਲ ਵੱਧ ਆਏਗੀ, ਕਿਸੇ ਸਾਲ ਘੱਟ ਆਏਗੀ, ਪਰ ਅਰਾਊਂਡ 10% ਦੇ ਕਰੀਬ ਐਵਰੇਜ ਹੋਏਗੀ। ਹੁਣ ਆਪਾਂ ਨੈਕਸਟ ਦੇਖੀਏ ਅਗਰ, ਤਾਂ ਉਹਦੇ ਵਿੱਚ ਆ ਜਾਂਦੇ ਨੇ ਆਪਣੇ ਸਟਾਕਸ ਦੇ ਵਿੱਚ ਹਾਈਐਸਟ ਰਿਸਕ ਹੈ ਕਿਉਂਕਿ ਆਪਾਂ ਖੁਦ ਕੰਪਨੀਜ਼ ਇਜ਼ ਲਾਈਕ DIY ਹੈ ਨਾ। ਹੁਣ ਆਪਾਂ ਜੇ ਮੰਨ ਲਓ ਕੋਈ ਕੰਮ ਕਰਾਉਣਾ ਬਾਹਰੋਂ ਕੰਟਰੈਕਟਰ ਤੋਂ ਤਾਂ ਉਹ ਆਪਾਂ ਬਾਹਰੋਂ ਕਰ ਸਕਦੇ ਹਾਂ ਪੈਸੇ ਦੇ ਕੇ, ਪਰ ਆਪਾਂ ਨੂੰ ਪੈਸੇ ਲੱਗਣਗੇ ਇੱਦਾਂ ਹੀ, ਜਾਂ ਫਿਰ ਆਪਾਂ ਕਰਨਾ ਆਪਣੇ ਆਪ ਤਾਂ ਪੈਸੇ ਬਚ ਜਾਣਗੇ। ਹੁਣ ਸਟਾਕਸ ਅਤੇ ਫੰਡਸ ਦਾ ਸੇਮ ਥਿੰਗ, ਰਾਈਟ। ਜੇ ਆਪਾਂ ਬਾਹਰੋਂ ਕਿਸੇ ਨੂੰ ਕਹਿਣਾ ਕਿ ਸਟਾਕਸ ਬਾਏ ਕਰੋ ਤਾਂ ਤੁਹਾਡੇ ਪੈਸੇ ਵੱਧ ਲੱਗਣਗੇ, ਚਾਹੇ ਉਹ ਤਾਂ ਤੁਹਾਨੂੰ ਰਿਟਰਨ ਘੱਟ ਆਏਗੀ। ਪਰ ਜੇ ਆਪਾਂ ਆਪਣੇ ਆਪ ਸਟਾਕਸ ਬਾਏ ਕਰਨੇ ਆ ਤਾਂ ਆਪਾਂ ਨੂੰ ਰਿਟਰਨ ਬਹੁਤ ਵੱਧ ਆ ਸਕਦੀ ਹੈ, ਪਰ ਨੁਕਸਾਨ ਹੈ ਕਿ ਆਪਾਂ ਜਿੱਦਾਂ DIY 'ਚ ਆਪਣਾ ਕੰਮ ਖਰਾਬ ਕਰ ਸਕਦੇ ਹਾਂ, ਉਹਦੇ ਸਟਾਕ ਦੇ ਵਿੱਚ ਵੀ ਆਪਣੇ ਸਟਾਕ ਗਲਤ ਪਿਕ ਕਰਕੇ ਆਪਣੀ ਵੈਲਥ ਜ਼ੀਰੋ ਕਰ ਸਕਦੇ ਹਾਂ। ਹੁਣ ਜਦੋਂ ਵੀ ਸਟਾਕਸ ਬਾਏ ਹੁੰਦੇ ਨੇ ਤਾਂ ਓਬਵੀਅਸਲੀ ਇੱਕ ਬਹੁਤ ਵੱਡੀ ਲਰਨਿੰਗ ਕਰਵ ਹੈ, ਕਾਫੀ ਟਾਈਮ ਲੱਗ ਜਾਂਦੇ ਨੇ। ਮੈਨੂੰ ਹੁਣ ਸ਼ੁਰੂ ਕੀਤੇ ਨੂੰ 2017 ਦੇ ਵਿੱਚ ਸ਼ੁਰੂ ਕੀਤਾ ਸੀਗਾ, 2025 ਹੋ ਗਿਆ, ਆਲਮੋਸਟ 8 ਸਾਲ ਹੋ ਚੁੱਕੇ ਨੇ ਕਰਦਿਆਂ ਨੂੰ, ਅਤੇ ਹਲੇ ਵੀ ਸਿੱਖ ਰਹੇ ਹਾਂ, ਰਾਈਟ। ਇਟਸ ਅ ਲਰਨਿੰਗ ਕਰਵ, ਸਾਰੀ ਉਮਰ ਆਪਾਂ ਸਿੱਖਾਂਗੇ, ਨਵੀਆਂ ਇੰਡਸਟਰੀਜ਼ ਆ ਰਹੀਆਂ ਨੇ, ਨਵੀਆਂ ਟੈਕਨੋਲੋਜੀਜ਼ ਆ ਰਹੀਆਂ ਨੇ, ਤਾਂ ਇਹ ਸਿੱਖਦੇ ਹੀ ਰਹਾਂਗੇ ਆਪਾਂ ਸਾਰੀ ਉਮਰ। ਹੁਣ ਜੇ ਆਪਾਂ ਦੇਖੀਏ ਮੇਰੇ ਸਟਾਕਸ ਬਾਏ ਕਰਨ ਦਾ ਰੀਜ਼ਨ ਕੀ ਹੁੰਦਾ, ਜਿਹੜਾ ਪਹਿਲੀ ਨੰਬਰ 'ਤੇ ਮੈਂ ਇੰਡਸਟਰੀ ਦੇਖਦਾ ਕਿ ਇੰਡਸਟਰੀ ਦੀ ਟਾਈਮ ਕੀ ਹੈ, ਟੋਟਲ ਐਗਰੀਗੇਟਡ ਮਾਰਕੀਟ, ਰਾਈਟ। ਕਿ ਫੋਰ ਐਗਜ਼ਾਮਪਲ ਅਗਰ ਆਪਾਂ ਦੇਖੀਏ ਕਾਰਸ ਇੱਕ ਪੀਕ ਪੁਆਇੰਟ 'ਤੇ ਪਹੁੰਚ ਚੁੱਕੀਆਂ ਨੇ, ਪਰ ਜੇ ਆਪਾਂ ਅਗਲੀ ਟਾਈਮ ਦੇਖੀਏ ਉਹ ਹੈਗੀ ਹੈ ਫੁੱਲ ਸੈਲਫ ਡਰਾਈਵਿੰਗ, ਰਾਈਟ। ਜਿੱਦਾਂ ਟੈਸਲਾ ਦੀ ਹੈਗੀ ਆ ਆਪਣੇ ਆਪ ਕਾਰ ਚੱਲਣੀ ਆ, ਉਹਦੀ ਟਾਈਮ ਕਾਫੀ ਵੱਡੀ ਹੈ, ਰਾਈਟ। ਹੁਣ ਤੁਸੀਂ ਇਹ ਦੇਖਣਾ ਕਿ ਜਿਹੜੀ ਮਾਰਕੀਟ ਤੁਸੀਂ ਪੈਸੇ ਲਾ ਰਹੇ ਹੋ ਉਹ ਮਾਰਕੀਟ ਗਰੋ ਕਰ ਰਹੀ ਹੈ ਕਿ ਮਾਰਕੀਟ ਉਹ ਆਲਰੇਡੀ ਪੀਕ 'ਤੇ ਪਹੁੰਚ ਚੁੱਕੀ ਹੈ। ਫੋਰ ਐਗਜ਼ਾਮਪਲ ਕੈਨੇਡੀਅਨ ਆਪਾਂ ਟੈਲੀਕਾਮ ਕੰਪਨੀਜ਼ ਦੇਖ ਲਈਏ ਜਾਂ ਐਨਰਜੀ ਕੰਪਨੀਜ਼ ਦੇਖ ਲਈਏ, ਉਹ ਆਲਮੋਸਟ ਪੀਕ ਦੇ ਉੱਪਰ ਪਹੁੰਚ ਚੁੱਕੀਆਂ ਨੇ। ਉਹਨਾਂ ਦੇ ਗਰੋਥ ਕਰਨ ਦੇ ਅੱਗੇ ਪੂਰੀ ਮਾਰਕੀਟ ਦੇ, ਕੰਪਨੀ ਦੇ ਨਹੀਂ ਪੂਰੀ ਮਾਰਕੀਟ ਦੇ ਗਰੋ ਕਰਨ ਦੇ ਚਾਂਸਿਸ ਬਹੁਤ ਘੱਟ ਨੇ। ਸੋ ਜੋ ਕਿ ਨਵੀਂ ਕੰਪਨੀ ਆ ਵੀ ਰਹੀ ਹੈ ਉਹਨਾਂ ਕੋਲ ਲਿਮਿਟਿਡ ਆਪਸ਼ਨਸ ਨੇ ਗਰੋ ਕਰਨ ਲਈ ਉਸ ਇੰਡਸਟਰੀ ਦੇ ਵਿੱਚ, ਰਾਈਟ। ਸੋ ਜੀ ਹੁਣ ਆਪਾਂ ਫੋਰ ਐਗਜ਼ਾਮਪਲ ਮੇਰੇ ਕੋਲ ਪੈਰੋਨੀਅਰ ਕੰਪਨੀ ਹੈ, ਦੇ ਹੈਵ ਅ ਰੀਅਲੀ ਬਿਗ ਟਾਈਮ, ਰਾਈਟ। ਵੀ ਉਹਨਾਂ ਕੋਲ ਕਮਰਸ਼ੀਅਲ ਸਾਈਡ 'ਤੇ ਜਾਣ ਨੂੰ, ਗਵਰਨਮੈਂਟ ਸਾਈਡ 'ਤੇ ਜਾਣ ਨੂੰ ਬਹੁਤ ਵੱਡੇ ਆਪਸ਼ਨ ਹੈਗੀਆਂ ਨੇ ਕਿ ਕਿੰਨਾ ਆਪਣੇ ਆਪ ਨੂੰ ਗਰੋ ਕਰ ਸਕਦੇ ਨੇ। ਇੱਦਾਂ ਹੀ ਅਗਰ ਦੇਖੀਏ ਕੋਈ ਫਿਊਚਰਿਸਟਿਕ ਕੰਪਨੀ ਜਿਵੇਂ ਮੈਂ ਬਾਏ ਕੀਤੀਆਂ ਨੇ ਥੋੜ੍ਹੀਆਂ ਜਿਹੀਆਂ ਡੇਟਾ ਸੈਂਟਰ ਕੰਪਨੀਜ਼, ਉਹਨਾਂ ਦੇ ਕੋਲ ਵੀ ਟਾਈਮ ਕਾਫੀ ਹੈਗੀ ਆ। ਸੋ ਆਮ ਨਾਟ ਸੇਇੰਗ ਕਿ ਇਹ ਸਟਾਕਸ ਬਾਏ ਕਰੋ, ਆਮ ਜਸਟ ਸ਼ੇਅਰਿੰਗ ਮਾਈ ਐਕਸਪੀਰੀਐਂਸਿਸ ਬਾਏ ਦ ਵੇ। ਸੋ ਡਿਸਕਲੇਮਰ ਮੈਂ ਦਿੱਤਾ ਨਹੀਂ ਪਹਿਲਾਂ, ਸੋ ਡਿਸਕਲੇਮਰ ਇਹ ਹੈ ਕਿ ਇਹ ਸਟਾਕਸ ਜਿਹੜੀ ਵੀ ਆਪਾਂ ਗੱਲ ਕਰ ਰਹੇ ਵੀਡੀਓ 'ਚ ਉਹ ਸਾਰੀਆਂ ਆਪਣੀਆਂ ਪਰਸਨਲ ਥਾਟਸ ਨੇ, ਕੋਈ ਫਾਈਨੈਂਸ਼ੀਅਲ ਐਡਵਾਈਸ ਨਹੀਂ ਹੈਗੀ। ਸੋ ਐਨੀਵੇ, ਸੋ ਯੂ ਗੈਟ ਦੀ ਆਈਡੀਆ ਕਿ ਟਾਈਮ ਬਹੁਤ ਇੰਪੋਰਟੈਂਟ ਹੈ ਕਿ ਆਪਾਂ ਇੰਡਸਟਰੀ ਉਹ ਪਿਕ ਕਰੀਏ ਜਿਹੜੀ ਗਰੋ ਕਰ ਰਹੀ ਹੈ, ਤਾਂ ਹੀ ਕੰਪਨੀ ਗਰੋ ਕਰੇਗੀ ਵੱਡੇ ਨੰਬਰਸ ਨਾਲ। ਫਿਰ ਨੰਬਰ 2 ਆ ਜਾਂਦਾ ਕੰਪਨੀ ਦੀ ਲੀਡਰਸ਼ਿਪ। ਕੰਪਨੀ ਦਾ ਲੀਡਰ ਜਿਹੜਾ ਮੈਨੂੰ ਪਸੰਦ ਹੈ ਕਿ ਉਹ ਫਾਊਂਡਰ ਹੋਵੇ, ਕਿਉਂਕਿ ਜੇ ਫਾਊਂਡਰ ਹੋਏਗਾ ਆਪਾਂ ਦੇਖੀਏ ਅਗਰ ਹੁਣ ਮੰਨ ਲਓ ਤੁਸੀਂ ਐਜ਼ ਐਨ ਐਮਪਲੋਈ ਕੰਮ ਕਰ ਰਹੇ ਹੋ ਕਿਤੇ,
ਜਾਂ ਤੁਹਾਡੀ ਆਪਣੀ ਕੰਪਨੀ ਆ, ਤੁਸੀਂ ਮੋਸਟਲੀ ਵਰਕ ਕਰੋਗੇ, ਚੰਗੀ ਤਰ੍ਹਾਂ ਮਿਹਨਤ ਕਰੋਗੇ, ਹਾਰਡ ਵਰਕ ਕਰੋਗੇ ਆਪਣੇ ਵਾਸਤੇ। ਜੇ ਤੁਹਾਡੀ ਆਪਣੀ ਕੰਪਨੀ ਆ, ਜੇ ਤੁਸੀਂ ਕਿਸੇ ਲਈ ਕੰਮ ਕਰ ਰਹੇ ਹੋ ਤਾਂ ਆਬਵੀਅਸਲੀ ਤੁਸੀਂ ਯੂ ਆਰ ਦੇਅਰ ਫॉर द ਮਨੀ, ਮੇ ਬੀ ਸਮ ਪੈਸ਼ਨ, ਹੈ ਨਾ। ਤਾਂ ਫਿਰ ਤੁਹਾਨੂੰ ਲੀਡਰ ਉਹ ਚਾਹੀਦਾ ਜਿਹੜਾ ਮੇਨਲੀ ਫਾਊਂਡਰ ਹੋਵੇ। ਉਹ ਫਿਰ ਕੰਪਨੀਜ਼ ਨੂੰ ਅਗਰੈਸਿਵਲੀ ਗਰੋ ਕਰਦੇ ਨੇ ਲੌਂਗ ਟਰਮ ਲਈ, ਤਾਂ ਕਿ ਉਹ ਆਪਣੀ ਕੰਪਨੀਜ਼ ਅੱਗੇ ਜਾ ਕੇ ਬਹੁਤ ਵੱਡੀਆਂ ਬਣਨ। ਅਤੇ ਨੰਬਰ 3 ਆ ਜਾਂਦਾ ਕੰਪਨੀ ਦੀ ਗਰੋਥ। ਕੰਪਨੀ ਗਰੋ ਕਿਵੇਂ ਕਰ ਰਹੀ ਆ ਕੰਪੇਅਰ ਟੂ ਇੰਡਸਟਰੀ ਪੀਅਰਸ। ਜੇ ਹੁਣ ਕੰਪਨੀ ਦੇ ਵਿੱਚ ਬਾਕੀ ਆਪਣੇ ਕੋਲ ਲੈਸੇ 2 ਕੰਪੈਟੀਟਰ ਹੋਰ ਨੇ, 3 ਕੰਪੈਟੀਟਰ ਹੋਰ ਨੇ, ਉਹ ਕਿੰਨੇ % ਦੇ ਗਰੋ ਕਰ ਰਹੇ ਨੇ ਰੈਵਨਿਊਜ਼, ਅਤੇ ਆਪਾਂ ਕਿੰਨੇ % ਦੇ ਗਰੋ ਕਰ ਰਹੇ ਰੈਵਨਿਊਜ਼। ਜਦੋਂ ਵੱਡੇ ਨੇ ਤਾਂ ਓਬਵੀਅਸਲੀ ਉਹ ਘੱਟ % ਦੇ ਕਰਨਗੇ, ਜੇ ਆਪਾਂ ਛੋਟੇ ਆ ਤਾਂ ਆਪਣੇ ਕੰਪਨੀਜ਼ ਵੱਡੇ ਲੈਵਲ 'ਤੇ ਪਰਫੋਰਮ ਕਰਨਗੀਆਂ। ਪਰ ਯੂ ਹੈਵ ਟੂ ਕੀਪ ਕੰਪੇਅਰ ਦੈਮ, ਹੈ ਨਾ, ਵੀ ਕਿੱਦਾਂ ਬਾਕੀ ਇੰਡਸਟਰੀ ਦੇ ਵਿੱਚ ਬਾਕੀ ਕੰਪਨੀਜ਼ ਨਾਲ ਆਪਾਂ ਕੰਪੇਅਰ ਕਰ ਰਹੇ ਹਾਂ, ਅਤੇ ਆਪਾਂ ਕੀ ਡਿਫਰੈਂਸ਼ੀਏਟ ਕਰ ਰਹੇ ਹਾਂ ਆਪਣੀ ਕੰਪਨੀ ਦੇ ਵਿੱਚ ਜਿਹੜਾ ਬਾਕੀ ਕੰਪਨੀਜ਼ ਨਹੀਂ ਆਫਰ ਕਰ ਰਹੀਆਂ, ਤਾਂ ਆਪਾਂ ਇਸ ਕੰਪਨੀ ਦੇ ਵਿੱਚ ਪੈਸੇ ਕਿਉਂ ਲਗਾਉਣੇ ਆ। ਫਿਰ ਤੁਹਾਨੂੰ ਦੇਖਣਾ ਪੈਂਦਾ ਉਹਨਾਂ ਦੇ ਕੁਆਰਟਰਲੀ ਅਰਨਿੰਗਸ, ਉਹਨਾਂ ਦੀਆਂ ਕੁਆਰਟਰਲੀ ਕਾਲਸ, ਜਿਹੜੀਆਂ ਪ੍ਰੈਜੈਂਟੇਸ਼ਨਸ ਆਉਂਦੀਆਂ ਨੇ, ਕੋਈ ਸੈਮੀਨਾਰਸ ਕਰਦੇ ਨੇ। ਯੂ ਹੈਵ ਟੂ ਸਟੇ ਅਪ ਟੂ ਡੇਟ ਕਿ ਆਪਣਾ ਜਿਹੜਾ ਕੰਪਨੀ ਦੀ ਜਿਹੜੀ ਟ੍ਰੈਜੈਕਟਰੀ ਹੈਗੀ ਆ ਜਾਂ ਗਰੋਥ ਹੈਗੀ ਆ ਉਹ ਸਹੀ ਪਾਸੇ ਜਾ ਰਹੀ ਹੈ ਕਿ ਨਹੀਂ। ਫੋਰ ਐਗਜ਼ਾਮਪਲ ਮੰਨ ਲਓ ਕਿਸੇ ਨੇ ਬਲੈਕਬੈਰੀ 'ਚ ਪੈਸੇ ਲਗਾਏ ਹੁੰਦੇ ਅੱਜ ਤੋਂ 20 ਸਾਲ ਪਹਿਲਾਂ, ਓਬਵੀਅਸਲੀ ਪੀਕ 'ਤੇ ਸੀਗੇ 2006 5-6 ਦੇ ਲਾਗੇ, 150 ਤੱਕ ਵੀ ਗਿਆ ਸੀ ਆਈ ਥਿੰਕ। ਇਨ ਦੀ ਐਂਡ ਨਾਓ ਅੱਜ $10 ਦੇ ਸ਼ੇਅਰ ਹੈ, ਰਾਈਟ। ਇਹ ਨਹੀਂ ਕਿ ਆਪਾਂ ਕੰਪਨੀ ਪੈਸੇ ਲਾ ਕੇ ਤੇ ਛੱਡ ਦੀ ਉੱਦਾਂ ਹੀ। ਯੂ ਹੈਵ ਟੂ ਅੰਡਰਸਟੈਂਡ ਕਿ ਕੰਪਨੀਜ਼ ਦੀ ਡਾਇਰੈਕਸ਼ਨ ਚੇਂਜ ਹੋ ਸਕਦੀ ਹੈ ਕਿਸੇ ਟਾਈਮ 'ਤੇ ਵੀ। ਕਿਸੇ ਟਾਈਮ 'ਤੇ ਉਹ ਬਹੁਤ ਹੀ ਵਿਜ਼ਨਰੀ ਕੰਪਨੀ ਸੀਗੀ, ਹਮੇਸ਼ਾ ਉਹ ਨਵੀਂ ਟੈਕਨੋਲੋਜੀ ਆਪਣੇ ਫੋਨ 'ਚ ਲਿਆਉਂਦੇ ਸੀਗੇ, ਬਟ ਦੈਨ ਐਪਲ ਕੇਮ ਥਰੂ ਐਂਡ ਦ ਕੰਪਨੀ ਜਿਹੜੀ ਸੀਗੀ ਉਹਨਾਂ ਨੇ ਆਪਣੇ ਆਪ ਨੂੰ ਅਪਗ੍ਰੇਡ ਨਹੀਂ ਕੀਤਾ, ਉਹਨਾਂ ਨੇ ਆਪਣੇ ਥ੍ਰੈਟਸ ਨਹੀਂ ਦੇਖੇ ਚੰਗੀ ਤਰ੍ਹਾਂ, ਅਤੇ ਉਹ ਪਿੱਛੇ ਰਹਿ ਗਈ ਕੰਪਨੀ। ਸੋ ਤੁਹਾਨੂੰ ਮੇਕ ਸ਼ੋਰ ਕਰਨਾ ਪਏਗਾ ਕਿ ਜਿਹੜੀ ਕੰਪਨੀ ਆਪਾਂ ਬਾਏ ਕਰ ਰਹੇ ਹਾਂ ਉਹ ਕੰਪਨੀ ਲੌਂਗ ਟਰਮ ਵਾਸਤੇ ਚੱਲੇਗੀ, ਅਤੇ ਕੁਆਰਟਰਲੀ ਰਿਵਿਊ ਕਰਨਾ ਉਹਨੂੰ ਟੂ ਮੇਕ ਸ਼ੋਰ ਕਿ ਜਿਸ ਰੀਜ਼ਨ ਕਰਕੇ ਆਪਾਂ ਬਾਏ ਕੀਤਾ ਕੰਪਨੀ ਨੂੰ ਉਹ ਰੀਜ਼ਨ ਆਪਣੇ ਵੈਲਿਡ ਰਹਿਣ। ਅਤੇ ਲੌਂਗ ਟਾਈਮ ਟੂ ਟਾਈਮ ਮਾਰਕੀਟ ਡਿੱਗੇਗੀ ਵੀ, ਬਹੁਤ ਡਿੱਗੇਗੀ। April 2025 ਦੇ ਵਿੱਚ ਮਾਰਕੀਟ ਡਿੱਗੀ ਹੈ 30%, ਕਾਫੀ ਸਟਾਕਸ 50% ਆ ਗਏ ਸੀਗੇ। ਤਾਂ ਮੈਂ ਬਹੁਤ ਸਾਰੇ ਆਪਣੇ ਪਰਸਨਲ ਅਕਾਊਂਟ ਜਿਹੜੇ ਖਾਲੀ ਕਰਤੇ ਜਸਟ ਟੂ ਐਡ ਮੋਰ ਮਨੀ ਟੂ ਦ ਮਾਰਕੀਟ, ਕਿਉਂਕਿ ਰੀਜ਼ਨ ਮੇਰਾ ਵੈਲਿਡ ਸੀਗਾ ਵੀ ਕਿਸ ਰੀਜ਼ਨ ਕਰਕੇ ਮੈਂ ਸਟਾਕਸ ਬਾਏ ਕਰ ਰਿਹਾ। ਸੋ ਅਗਰ ਮੈਂ ਫੋਰ ਐਗਜ਼ਾਮਪਲ ਆਈ ਥਿੰਕ ਆਈ ਐਡਡ ਟੂ ਟੈਸਲਾ ਅਲਾਟ। ਹੁਣ ਟੈਸਲਾ ਦਾ ਰੀਜ਼ਨ ਤਾਂ ਚੇਂਜ ਨਹੀਂ ਹੋਇਆ, ਈਵਨ ਤੋਂ ਟੈਰਿਫਸ ਲੱਗੇ। ਜਿਹੜੀ ਰੀਜ਼ਨ ਕਰਕੇ ਬਾਏ ਕੀਤਾ ਸੀ ਟੈਸਲਾ ਮੈਂ, ਉਹ ਤਾਂ ਵੈਲਿਡ ਹੀ ਹੈ ਕਿ ਹਾਂ ਲੌਂਗ ਟਰਮ ਦੇ ਵਿੱਚ FSD ਆਏਗਾ, ਮੈਂ ਉਹਦੇ ਵਿੱਚ ਪੈਸੇ ਲਗਾਉਣੇ ਆ, ਰਾਈਟ। ਸੋ ਐਜ਼ ਲੌਂਗ ਐਜ਼ ਮੇਰਾ ਰੀਜ਼ਨ ਵੈਲਿਡ ਸੀਗਾ ਤਾਂ ਮੈਂ ਸਟਾਕਸ ਬਾਏ ਕਰੀ ਗਿਆ। SoFi ਬਾਏ ਕੀਤਾ, ਕੋਈ ਚੇਂਜਸ ਨਹੀਂ ਆਇਆ ਮੇਰੇ ਮਾਈਂਡ ਦੇ ਵਿੱਚ ਕਿ ਕੰਪਨੀ ਗਲਤ ਜਾ ਰਹੀ ਹੈ। ਕੋਇਨਬੇਸ ਵੀ ਬਾਏ ਕੀਤਾ ਸੀ ਥੋੜ੍ਹਾ ਬਹੁਤ। ਆਈ ਐਡਡ ਕ੍ਰਿਸਪਰ, ਕਾਫੀ ਕੰਪਨੀਜ਼ ਬਾਏ ਕੀਤੀਆਂ ਅਤੇ ਬਹੁਤ ਵੱਡੇ ਲੈਵਲ 'ਤੇ ਬਾਏ ਕੀਤੀਆਂ। ਐਟਲੀਸਟ ਮੇਰੇ ਵਾਸਤੇ ਕਾਫੀ ਵੱਡਾ ਲੈਵਲ ਸੀਗਾ, ਕਿਉਂਕਿ ਦੈਟ ਵਾਜ਼ ਮਾਈ ਬਿਗੇਸਟ ਪੋਰਟਫੋਲੀਓ ਮੂਵਸ ਬੈਕ ਇਨ April 2025। ਸੋ ਯੂ ਗੈਟ ਦੀ ਆਈਡੀਆ ਕਿ ਹੁਣ ਤੁਹਾਨੂੰ ਪਹਿਲਾਂ ਇਹ ਡਿਸਾਈਡ ਕਰਨਾ ਪਏਗਾ ਕਿ ਰੀਜ਼ਨਸ ਆਪਣੇ ਕੀ ਨੇ ਬਾਏ ਕਰਨ ਦੇ, ਤਾਂ ਕਿ ਜਦੋਂ ਕੱਲ੍ਹ ਨੂੰ ਮਾਰਕੀਟ ਡਿੱਗਦੀ ਆਪਾਂ ਡਰੀਏ ਨਾ। ਅਤੇ ਜੇ ਉਹ ਰੀਜ਼ਨਸ ਵੈਲਿਡ ਹੈਗੇ ਨੇ, ਆਪਾਂ ਨੂੰ ਕਨਵਿਕਸ਼ਨ ਹੈਗੀ ਆ ਕੰਪਨੀ ਦੇ ਵਿੱਚ, ਵੀ ਕੈਨ ਈਵਨ ਬਾਏ ਮੋਰ, ਹੈ ਨਾ। ਜਦੋਂ ਮਾੜੇ ਟਾਈਮ ਆਉਂਦੇ ਨੇ ਉਹੀ ਟਾਈਮ ਆਪਾਂ ਨੂੰ ਸਭ ਤੋਂ ਵਧੀਆ ਰਿਟਰਨ ਦੇ ਕੇ ਜਾਂਦੇ ਨੇ ਲੌਂਗ ਟਰਮ ਜੇ ਆਪਾਂ ਹੋਲਡ ਕਰਦੇ ਹਾਂ। ਕਿਉਂਕਿ ਮਾਰਕੀਟ ਕਦੇ ਕਦੇ ਰੈਸ਼ਨਲ ਹੋ ਜਾਂਦੀ ਹੈ ਕਿ ਉਹ ਨਹੀਂ ਦੇਖਦੀ ਹੈ ਕਿ ਹੁਣ ਟੈਰਿਫ ਲੱਗੇ ਨੇ ਤਾਂ ਸਾਰੇ ਕੰਪਨੀ ਜ਼ੀਰੋ ਹੋ ਜਾਣੀਆਂ ਨੇ। ਇੱਦਾਂ ਨਹੀਂ ਹੋਣਾ ਸੀਗਾ, ਰਾਈਟ। ਸੋ ਮਾਰਕੀਟ ਨੇ ਤਾਂ ਇੱਕਦਮ ਸਾਰਾ ਕੁਝ ਵੇਚਣਾ ਸ਼ੁਰੂ ਕਰ ਦਿੱਤਾ, ਲੋਕੀ ਪੈਨਿਕ ਕਰ ਜਾਂਦੇ ਨੇ। ਸੋ ਯੂ ਹੈਵ ਟੂ ਡੂ ਦੀ ਆਪੋਜ਼ਿਟ। ਜਿੱਦਾਂ ਵਾਰਨ ਬਫੇ ਕਹਿੰਦਾ ਕਿ ਯੂ ਜਸਟ ਹੈਵ ਟੂ ਬੀ ਪੇਸ਼ੈਂਟ। ਜਦੋਂ ਲੋਕੀ ਗਰੀਡੀ ਨੇ ਉਦੋਂ ਤੁਸੀਂ ਕਾਮ ਰਹੋ, ਕੁਛ ਨਾ ਕਰੋ। ਐਂਡ ਵੈਨ ਪੀਪਲ ਆਰ ਫੀਅਰਫੁਲ, ਬੀ ਗ੍ਰੀਡੀ, ਰਾਈਟ। ਬੀ ਫੀਅਰਫੁਲ ਵੈਨ ਅਦਰਸ ਆਰ ਗ੍ਰੀਡੀ ਐਂਡ ਬੀ ਗ੍ਰੀਡੀ ਵੈਨ ਅਦਰਸ ਆਰ ਫੀਅਰਫੁਲ। ਸੋ ਥੋੜ੍ਹੇ ਬਹੁਤ ਤੁਹਾਨੂੰ ਕੌਨਸੈਪਟਸ ਇੱਦਾਂ ਦੇ ਤਿਆਰ ਕਰਨੇ ਪੈਣਗੇ ਆਪਣੇ ਮਾਈਂਡ ਦੇ ਵਿੱਚ ਕਿ ਤੁਸੀਂ ਕਦੋਂ ਬਾਏ ਕਰਨੇ, ਕਦੋਂ ਸੈਲ ਕਰਨੇ ਸਟਾਕ। ਹੁਣ ਸੈਲ ਕਰਨ ਦਾ ਰੀਜ਼ਨ ਇਹ ਹੁੰਦਾ ਕਿ ਤੁਹਾਡਾ ਥੀਸਿਸ ਚੇਂਜ ਹੋ ਗਿਆ। ਜਿਹਦੇ ਨੂੰ ਲੱਗਦਾ ਕਿ ਜਿਸ ਰੀਜ਼ਨ ਕਰਕੇ ਤੁਸੀਂ ਕੰਪਨੀ ਬਾਏ ਕੀਤੀ ਸੀਗੀ ਉਹ ਕੰਪਨੀ ਦਾ ਰੀਜ਼ਨ ਵੈਲਿਡ ਨਹੀਂ ਰਿਹਾ, ਤਾਂ ਫਿਰ ਉਹ ਸਟਾਕ ਨੂੰ ਵੇਚਣ ਦਾ ਟਾਈਮ ਆ ਗਿਆ, ਰਾਈਟ। ਫੋਰ ਐਗਜ਼ਾਮਪਲ ਅਗਰ ਟੈਸਲਾ ਦੇ ਵਿੱਚ ਦੇਖੀਏ ਕਿ ਮੈਂ FSD ਕਰਕੇ ਬਾਏ ਕੀਤਾ, ਰੋਬੋਟਿਕਸ ਆ ਰਹੇ ਨੇ, ਇਹਨਾਂ ਦੇ ਹਿਊਮਨ ਬੋਟਸ ਆ ਰਹੇ ਨੇ, AI ਹੈਗੀ ਆ। ਕੱਲ੍ਹ ਨੂੰ ਟੈਸਲਾ ਕਹੇ ਕਿ ਨਹੀਂ ਜੀ ਅਸੀਂ ਸਾਰੇ ਇਹ ਪ੍ਰੋਜੈਕਟਸ ਬੰਦ ਕਰਨ ਲੱਗੇ ਹਾਂ, ਸਾਨੂੰ ਪ੍ਰੋਫਿਟ ਨਹੀਂ ਬਣਨਾ, ਤਾਂ ਓਬਵੀਅਸਲੀ ਆਪਾਂ ਬੰਦ ਕਰ ਦਾਂਗੇ, ਕੋਈ ਰੱਖਣ ਦੀ ਲੋੜ ਨਹੀਂ ਇਹਨਾਂ ਸਟਾਕਸ ਨੂੰ। ਹੁਣ ਜੇ ਆਪਾਂ ਅੱਗੇ ਦੇਖੀਏ ਨੈਕਸਟ ਆ ਜਾਂਦਾ ਕਿ ਤੁਸੀਂ ਆਪਣਾ ਟਾਈਮ ਹੋਰਾਈਜ਼ਨ ਵੀ ਪਿਕ ਕਰਨਾ, ਕਿੰਨੇ ਸਾਲ ਵਾਸਤੇ। ਇਹ ਵੀ ਕਰ ਸਕਦੇ ਹੋ ਕਿ ਮਿਨੀਮਮ, ਮੇਰਾ ਪਰਸਨਲ ਗੋਲ ਹੁੰਦਾ ਕਿ ਮੈਂ ਵੇਚਣਾ ਨਹੀਂ ਸਟਾਕ, ਰਾਈਟ। ਮਿਨੀਮਮ 5 years ਤਾਂ ਨਹੀਂ ਵੇਚਣਾ। ਸੋ ਆਈ ਹੈਵ ਟੂ ਹੋਲਡ, ਆਈ ਟਰਾਈ ਟੂ ਬਾਏ ਦੋ ਸਟਾਕਸ ਕਿ ਜਿਹੜੇ ਮੈਂ ਲੌਂਗ ਟਰਮ ਵਾਸਤੇ ਹੋਲਡ ਕਰਾਂ, ਕਿਉਂਕਿ ਲੌਂਗ ਟਰਮ ਦੇ ਵਿੱਚ ਹੀ ਆਪਾਂ ਨੂੰ ਵਧੀਆ ਰਿਟਰਨਸ ਮਿਲਦੀਆਂ ਨੇ। ਸੋ ਤੁਹਾਨੂੰ ਆਪਣਾ ਵੀ ਕਲੀਅਰ ਕਰਨਾ ਪਏਗਾ। ਜੇ ਤੁਸੀਂ ਇੱਕ ਅੱਧੇ ਸਾਲ ਵਾਸਤੇ ਲੈ ਰਹੇ ਹੋ ਦੈਟਸ ਮੋਰ ਲਾਈਕ ਗੈਂਬਲਿੰਗ, ਕਿਉਂਕਿ 1 ਸਾਲ ਦੇ ਵਿੱਚ ਮਾਰਕੀਟ ਥੱਲੇ ਡਿੱਗੀ ਤਾਂ ਮਾਰਕੀਟ ਵਾਪਸ ਉੱਪਰ ਵੀ ਨਹੀਂ ਆਉਣੀ ਜਲਦੀ, ਰਾਈਟ। ਸੋ ਥੋੜ੍ਹਾ ਜਿਹਾ ਲੌਂਗ ਟਰਮ ਵਾਸਤੇ ਜਾਓ, ਸ਼ਾਰਟ ਟਰਮ ਵਾਸਤੇ ਨਹੀਂ। ਅਤੇ ਇੱਦਾਂ ਹੀ ਅਗਰ ਤੁਸੀਂ ਜੇ ਸਟ੍ਰੈਟਜੀਜ਼ ਆ ਜਾਂਦੀਆਂ ਨੇ, ਹੁਣ ਕਈ ਵਾਰ ਹੁੰਦਾ ਕਿ ਆਪਾਂ ਸਟਾਕ ਰੱਖੇ ਹੋਏ ਨੇ ਲੌਂਗ ਟਰਮ ਵਾਸਤੇ ਅਤੇ ਗਰੋ ਕਰ ਰਹੇ ਨੇ ਕਿ ਨਹੀਂ ਕਰ ਰਹੇ, ਆਪਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ, ਤਾਂ ਉਹਦੇ ਵਿੱਚ ਕਵਰਡ ਕਾਲਸ, ਕੈਸ਼ ਸਿਕਿਉਰਡ ਪੁੱਟਸ, ਉਹ ਚੀਜ਼ਾਂ ਆ ਜਾਂਦੀਆਂ ਨੇ ਐਕਟਿਵ ਇਨਕਮ ਬਣਾਉਣ ਲਈ, ਜਿਹਦੇ ਵਿੱਚ ਹੁਣ ਤੱਕ ਸੈਪਟੰਬਰ ਚੱਲ ਰਹੀ ਹੈ, ਮਿਡ ਸੈਪਟੰਬਰ 2025।
ਹੁਣ ਤੱਕ ਮੈਂ ਆਲਮੋਸਟ ਬਣਾ ਚੁੱਕਿਆ ਉਹਦੇ ਵਿੱਚੋਂ $75,000 ਦੇ ਕਰੀਬ ਕੈਸ਼ ਸਿਕਿਉਰਡ ਪੁੱਟਸ ਤੇ ਕਵਰਡ ਕਾਲਸ ਦੇ ਥਰੂ, ਜਿਹੜਾ ਕਿ ਮੈਂ ਕਾਫੀ ਵੈਬਿਨਾਰ ਵੀ ਰਨ ਕੀਤਾ ਸੀਗਾ ਰੀਸੈਂਟਲੀ। ਅਗਰ ਤੁਸੀਂ ਮੇਰੇ WhatsApp ਦੇ ਗਰੁੱਪ ਦੇ ਵਿੱਚ ਹੈਗੇ ਹੋ, ਨਹੀਂ ਹੈਗੇ ਤਾਂ ਮੇਰੀ ਲਿੰਕ ਦੇ ਉੱਪਰ ਜਾਓ, ਪ੍ਰੋਫਾਈਲ ਦੇ ਉੱਪਰ ਲਿੰਕ ਹੈਗਾ, ਉਹਦੇ ਉੱਪਰ ਇੱਕ WhatsApp ਦਾ ਗਰੁੱਪ ਹੈਗਾ, ਤੁਸੀਂ ਜੁਆਇਨ ਕਰ ਸਕਦੇ ਹੋ। ਮੈਂ ਇੱਕ ਵੈਬਿਨਾਰ ਦਿੱਤਾ ਸੀਗਾ ਜਸਟ ਫॉर ਐਜੂਕੇਸ਼ਨਲ ਪਰਪਸਿਸ ਕਿ ਮੈਂ ਕਿਵੇਂ ਕਵਰਡ ਕਾਲਸ ਤੇ ਕੈਸ਼ ਸਿਕਿਉਰਡ ਪੁੱਟਸ ਬਾਏ ਕਰਦਾ ਅਤੇ ਕਿੱਦਾਂ ਉਹਦੇ ਨਾਲ ਐਕਟਿਵ ਇਨਕਮ ਆ ਜਾਂਦੀ ਆ, ਜਿਹਦੇ ਨਾਲ ਮੈਂ ਐਟ ਦਿਸ ਮੋਮੈਂਟ ਐਟਲੀਸਟ ਨਵੇਂ ਸਟਾਕਸ ਹੀ ਬਾਏ ਕਰ ਰਿਹਾ। ਇਹ ਨਹੀਂ ਕਿ ਮੈਂ ਪਰਸਨਲ ਅਕਾਊਂਟ ਲਈ ਯੂਜ਼ ਕਰ ਰਿਹਾ, ਬਟ ਯੂ ਕੈਨ ਇਫ ਯੂ ਵਾਂਟ ਟੂ। So $75,000 without selling your stocks or buying new stocks is a lot of money, right? Almost ਨਵੀਂ ਆਪਣੀ ਪੋਜੀਸ਼ਨਸ ਤੁਸੀਂ ਉਹਦੇ ਵਿੱਚੋਂ ਤਿਆਰ ਕਰ ਸਕਦੇ ਹੋ। ਸੋ ਯਾ ਬਾਕੀ ਤੁਸੀਂ ਮੈਨੂੰ ਆਪਣੇ ਥਾਟਸ ਦੱਸਿਓ, ਤੁਸੀਂ ਕਿਉਂ ਸਟਾਕਸ ਬਾਏ ਕਰਦੇ ਹੋ, ਕਿਉਂ ਸੈਲ ਕਰਦੇ ਹੋ, ਤੁਹਾਡੇ ਕੀ ਰੀਜ਼ਨਸ ਨੇ, ਅਤੇ ਆਪਾਂ ਇੱਦਾਂ ਹੀ ਅੱਗੇ ਵੀਡੀਓਜ਼ ਬਣਾਉਂਦੇ ਰਹਾਂਗੇ। ਅਤੇ ਜਿੱਦਾਂ ਤੁਹਾਨੂੰ ਕੋਈ ਨੈਕਸਟ ਟੌਪਿਕ ਚਾਹੀਦਾ, ਕੋਈ ਹੋਰ ਮਾਈਂਡ ਦੇ ਵਿੱਚ ਆਉਂਦਾ, ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਸਟਾਕਸ ਆਪਣਾ ਸ਼ੇਅਰ ਕਰ ਦਿਓ ਕਮੈਂਟਸ ਦੇ ਵਿੱਚ, ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ, ਚੈਨਲ ਸਬਸਕ੍ਰਾਈਬ ਕਰ ਲਿਓ, ਅਤੇ ਸ਼ੇਅਰ ਕਰ ਦਿਓ ਫਰੈਂਡਸ ਨਾਲ ਅਗਰ ਤੁਹਾਨੂੰ ਕੋਈ ਨੌਲੇਜ ਮਿਲੀ ਹੋਵੇ ਇਸ ਵੀਡੀਓ ਦੇ ਵਿੱਚੋਂ।